ਤੂੰ ਦਰਿਆਓ ਦਾਨਾ ਬੀਨਾ, मैं मछली कैसे अंत लहा। जहाँ जहाँ देखा तह तह तू है, तुझ ते निकसी फूट मरा। सतगुरु श्री गुरु ग्रंथ साहिब सच्चे पातशाह जी ਦੀ पावन पवित्र हजूरी ਦੇ ਅੰਦਰ ਸੁਭਾਏਮਾਨ ਸਾਧ ਸੰਗਤ ਜੀਓ, ਚੱਲ ਰਹੀ ਲੜੀਵਾਰ ਵਿਚਾਰ ਦੇ ਨਾਲ ਜੁੜੀਏ ਜੀ। 20 ਪੌੜੀਆਂ ਦੀ ਵਿਚਾਰ ਕੱਲ ਦੇ ਦੀਵਾਨਾਂ ਤੱਕ ਅਸੀਂ ਪੂਰੀ ਕੀਤੀ ਹੈ ਜੀ। 21 ਨੰਬਰ ਪੌੜੀ ਹੈ ਤੀਰਥ ਤਪ ਦਇਆ ਦਤ ਦਾਨ। ਇਸ ਪੌੜੀ ਤੋਂ ਆਪਾਂ ਵਿਚਾਰ ਆਰੰਭ ਕਰ ਰਹੀ ਹਾਂ। ਜਿਹੜੀ ਸੰਗਤ ਅੱਜ ਪਹਿਲੀ ਵਾਰ ਹਾਜ਼ਰੀ ਭਰ ਰਹੀ ਹੈ, ਪਹਿਲਾਂ ਪੌੜੀ ਦਾ ਪਾਠ ਕਰਾਂਗੇ, ਫਿਰ ਉਹਦੀ ਵਿਚਾਰ ਕਰਾਂਗੇ। ਕੋਸ਼ਿਸ਼ ਕਰਿਓ ਜੇ ਹੋ ਸਕਦਾ ਤੇ ਗੁਰਬਾਣੀ ਦਾ ਜਿਹੜਾ ਪਾਠ ਹੈ ਉਹ ਕਿਸੇ ਰੂਪ ਦੇ ਵਿੱਚ ਉਹ ਆਪਣੇ ਸਾਹਮਣੇ ਖੋਲ੍ਹ ਲਓ ਤੇ ਸੁਣ ਕੇ ਨਾ ਪੜ੍ਹਿਓ, ਵੇਖ ਕੇ ਪੜ੍ਹਨ ਦੀ ਕੋਸ਼ਿਸ਼ ਕਰਿਓ। ਸੋ ਆਓ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਅੰਤਰਗਤ ਤੀਰਥ ਮਲ ਨਾਓ। ਸਾਡਾ ਅੰਤਰਗਤ ਤੀਰਥ ਅਲੱਗ ਅਲੱਗ ਹੋ ਰਿਹਾ। ਇਹਦਾ ਵਿਸ਼ਰਾਮ ਤੀਰਥ ਤੇ ਆਏਗਾ, ਤੀਰਥ ਮਲ ਨਾਓ ਨਹੀਂ ਹੈ। ਅੰਤਰਗਤ ਤੀਰਥ ਮਲ ਨਾਓ। ਸਭ ਗੁਣ ਤੇਰੇ ਮੈਂ ਨਾਹੀ ਕੋਇ, ਸਭ ਗੁਣ ਤੇਰੇ ਮੈਂ ਨਾਹੀ ਕੋਇ। ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਾਸਤ ਆਥ ਬਾਣੀ ਬਰਮਾਓ। ਸਵਾਸਤ ਆਥ ਬਾਣੀ ਬਰਮਾਓ। ਸਤ ਸੁਆਣ ਸਦਾ ਮਨ ਚਾਓ। ਕਵਣ ਸੋ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ। ਜਿਹੜਾ ਪਹਿਲਾ ਅੱਖਰ ਹੈ ਨਾ, ਕਵਣ ਸੋ ਵੇਲਾ, ਕਵਣ ਸੋ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ। ਕਵਣ ਸਿਰੁਤੀ ਮਾਹੁ ਕਵਣ, ਜਿਤ ਹੋਆ ਆਕਾਰ। ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ। ਵਖਤ ਨਾ ਪਾਇਓ ਕਾਦੀਆਂ, ਜੇ ਲਿਖਨ ਲੇਖ ਕੁਰਾਨ। ਥਿਤ ਵਾਰ ਨਾ ਜੋਗੀ ਜਾਣੈ, ਥਿਤ ਤਿਥ ਨਹੀਂ ਥਿਤ, ਥਿਤ ਵਾਰ ਨਾ ਜੋਗੀ ਜਾਣੈ। ਰੁੱਤ ਮਾਹ ਨਾ ਕੋਈ, ਜਾ ਕਰਤਾ ਸਿਰਟੀ ਕੋ ਸਾਜੈ। ਆਪੇ ਜਾਣੈ ਸੋਈ, ਕਿਵ ਕਰ ਆਖਾਂ ਕਿਵ ਸਾਲਾਹੀ। ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ। ਨਾਨਕ ਆਖਣ ਸਭ ਕੋ ਆਖੈ।
ਇੱਕ ਦੋ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ, ਨਾਨਕ ਜੇ ਕੋ ਆਪੋ ਜਾਣੈ। ਜਿਹੜੀ ਇਹ ਗੱਲ ਆਪਾਂ ਪਿਛਲੇ ਦੀਵਾਨਾਂ ਦੇ ਵਿੱਚ ਵੀ 2 ਵਾਰ ਕੀਤੀ ਹੈ, ਜਿਹੜਾ ਉੱਪਰ ਆਪੋ ਨਹੀਂ ਕਨੋੜਾ ਆ ਰਿਹਾ, ਆਪੋ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋ ਹੈ। ਇਹ ਹੈ ਜੀ 21 ਨੰਬਰ ਪੌੜੀ। ਪਿਛਲੀ ਪੌੜੀ ਅਸੀਂ ਵਿਚਾਰੀ ਸੀ ਜਿਹਦੇ ਵਿੱਚ ਮਹਾਰਾਜ ਨੇ ਮਨ ਦੀ ਸੁਚਮਤਾ ਦੀ ਗੱਲ ਕੀਤੀ ਸੀ। ਪਹਿਲੀ ਪੰਕਤੀ ਹੈ ਤੀਰਥ ਤਪ ਦਇਆ ਦਤ ਦਾਨ। ਤੀਰਥ ਦਾ ਅਰਥ ਤੀਰਥ ਯਾਤਰਾ ਕਰਨੀ, ਤਪ ਦਾ ਅਰਥ ਤਪ ਸਾਧਨੇ, ਦਇਆ ਕਰਨੀ, ਦਤ ਦਾਨ ਦਿੱਤਾ ਹੋਇਆ ਦਾਨ। ਕੋਈ ਬੰਦਾ ਤੀਰਥ ਤੇ ਯਾਤਰਾ ਵੀ ਕਰੇ, ਤਪ ਵੀ ਸਾਧੇ, ਦਇਆ ਵੀ ਦਿਖਾਵੇ, ਲੋਕਾਂ ਨੂੰ ਦਾਨ ਵੀ ਦੇਵੇ, ਇੰਨਾ ਕੁਝ ਕਰਕੇ ਮਹਾਰਾਜ ਕਹਿੰਦੇ ਮੰਨ ਲਿਆ ਜੇ ਕੋ ਪਾਵੈ, ਜੇ ਇੰਨਾ ਕੁਝ ਕਰਕੇ ਉਹਨੂੰ ਤਿਲ ਕਾ ਮਾਨ, ਤਿਲ ਜਿੰਨਾ ਮਾਣ ਪ੍ਰਾਪਤ ਹੋ ਗਿਆ। ਦੂਜਾ ਪੱਖ ਇਹਨੇ ਬਾਹਰੀ ਕਰਮ ਜਿੰਨੇ ਕੀਤੇ ਉਹਨੂੰ ਇੰਨਾ ਕੁ ਪ੍ਰਾਪਤ ਹੋਇਆ। ਮਹਾਰਾਜ ਕਹਿੰਦੇ ਇੱਕ ਉਹ ਹੈ ਜਿਨੇ ਕੀ ਕੀਤਾ, ਜਿਸ ਮਨੁੱਖ ਨੇ ਅਕਾਲ ਪੁਰਖ ਦੇ ਨਾਮ ਦੇ ਵਿੱਚ ਸੁਰਤ ਜੋੜੀ ਤੇ ਕੀ ਕੀਤਾ, ਸੁਣਿਆ ਤੇ ਮੰਨਿਆ। ਆਪਾਂ 2 ਗੱਲਾਂ ਪਹਿਲਾਂ ਵੀ ਕੀਤੀਆਂ ਨੇ। ਜਿਨ੍ਹਾਂ ਨੇ ਸੁਣਿਆ ਮੰਨਿਆ ਤੇ ਤੀਜੀ ਗੱਲ ਕੀ ਕੀਤੀ, ਮਨ ਕੀਤਾ ਭਾਉ। ਸੁਣ ਕੇ ਮਨ ਦੇ ਵਿੱਚ ਟਿਕਾਇਆ ਪਿਆਰ ਦੇ ਨਾਲ। ਉਹਨਾਂ ਨੂੰ ਕੀ ਮਿਲਿਆ, ਅੰਤਰਗਤ ਤੀਰਥ। ਉਹਨਾਂ ਨੂੰ ਬਾਹਰ ਕਿਤੇ ਜਾਣ ਦੀ ਲੋੜ ਨਹੀਂ, ਉਹਨਾਂ ਦਾ ਅੰਦਰ ਹੀ ਤੀਰਥ ਬਣ ਗਿਆ। ਉਹਨਾਂ ਦੇ ਵਾਸਤੇ ਤੀਰਥ ਕਿਤੇ ਬਾਹਰ ਕੋਈ ਸਪੈਸ਼ਲ ਜਗ੍ਹਾ ਨਹੀਂ ਹੈ। ਮਹਾਰਾਜ ਕਹਿੰਦੇ ਉਹਨਾਂ ਦੇ ਅੰਦਰ ਹੀ ਤੀਰਥ ਬਣ ਗਿਆ। ਤੇ ਉਹਨਾਂ ਨੇ ਕੀ ਕੀਤਾ, ਅੰਤਰਗਤ ਤੀਰਥ ਮਲ ਨਹਾਓ। ਉਸੇ ਤੀਰਥ ਦੇ ਵਿੱਚ ਉਹਨਾਂ ਨੇ ਆਪਣੇ ਮਨ ਦੀ ਮਲ ਕੇ ਨਹਾ ਕੇ ਮੈਲ ਉਤਾਰ ਦਿੱਤੀ। ਉਹਨਾਂ ਨੂੰ ਬਾਹਰ ਕਿਤੇ ਜਾਣ ਦੀ ਲੋੜ ਨਹੀਂ। ਇਹਨੂੰ ਮਹਾਰਾਜ ਨੇ ਕਿਹਾ ਸੀ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਤੇ ਕਿਹੜਾ ਸ਼ਬਦ ਜਿਹਨੂੰ ਮਹਾਰਾਜ ਨੇ ਕਿਹਾ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਓ, ਸਭ ਗੁਣ ਤੇਰੇ ਮੈਂ ਨਾਹੀ ਕੋਏ। ਰੱਬ ਜੀ ਮੇਰੇ ਵਿੱਚ ਜਿੰਨੇ ਵੀ ਗੁਣ ਬਖਸ਼ਣ ਵਾਲਾ ਹੈ ਨਾ, ਉਹ ਤੂੰ ਬਖਸ਼ਣ ਵਾਲਾ ਹੈ। ਮੇਰੇ ਵਿੱਚ ਆਪਣੀ ਕੋਈ ਵੀ ਪਾਇਆ ਨਹੀਂ ਹੈ ਕਿ ਮੈਂ ਤੇਰੀ ਭਗਤੀ ਕਰ ਸਕਾਂ। ਜੇ ਤੂੰ ਮੇਰੇ ਵਿੱਚ ਗੁਣ ਪੈਦਾ ਨਾ ਕਰੇ ਤੇ ਵਿਣ ਗੁਣ ਕੀਤੇ ਭਗਤ ਨਾ ਹੋਏ। ਤੇਰੇ ਗੁਣ ਮੇਰੇ ਜੀਵਨ ਦੇ ਵਿੱਚ ਨਹੀਂ ਹੈ ਤੇ ਮੈਂ ਭਗਤੀ ਨਹੀਂ ਕਰ ਸਕਦਾ। ਅੱਗੇ ਬਖਸ਼ਿਸ਼ ਕੀਤੀ, ਸਵਾਸਤ ਆਥ ਬਾਣੀ ਬਰਮਾਓ। ਮਹਾਰਾਜ ਕਹਿੰਦੇ ਰੱਬ ਜੀ ਸਵਾਸ ਦਾ ਅਰਥ ਹੈ, ਇਹ ਸਵਾਸਤ ਨਹੀਂ ਹੈ। ਇਹ ਪਹਿਲਾਂ ਵੀ ਬੇਨਤੀ ਕੀਤੀ, ਜਿਹੜਾ ਅੱਖਰ ਇਸ ਤਰੀਕੇ ਨਾਲ ਲੱਗਦਾ ਉਹਦੇ 2 ਟੁਕੜੇ ਕਰ ਲਓ ਪੜਨ ਤੋਂ ਪਹਿਲਾਂ। ਸਵਾਸਤ, ਸਵਾਸਤ ਨਹੀਂ ਹੋਏਗਾ। ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਸਾਸਤ ਨਹੀਂ ਸਾਸਤ। ਇਸੇ ਤਰੀਕੇ ਦੇ ਨਾਲ ਮਹਾਰਾਜ ਸਵਾਸ ਦਾ ਅਰਥ ਹੈ ਰੱਬ ਜੀ ਤੇਰੀ ਸਦਾ ਜੈ ਹੋਵੇ, ਤੂੰ ਸਦਾ ਥਿਰ ਰਵੇਂ। ਸਭ ਨੇ ਬਖਸ਼ਿਸ਼ ਕੀਤੀ, ਰੱਬ ਜੀ ਤੂੰ ਸ੍ਰਿਸ਼ਟੀ ਦਾ ਮਾਲਕ ਹੈ, ਨਿਰੰਕਾਰ, ਤੇਰੀ ਸਦਾ ਜੈ ਹੋਵੇ। ਮੇਰੇ ਵਾਸਤੇ ਬ੍ਰਹਮਾ ਦਾ ਰੂਪ, ਬ੍ਰਹਮਾ ਦੀ ਬਾਣੀ ਦਾ ਰੂਪ ਵੀ ਤੂੰ ਹੀ ਹੈ। ਸਤ ਸੁਹਾਣ ਸਦਾ ਮਨ ਚਾਓ। ਸਭ ਨੇ ਬਖਸ਼ਿਸ਼ ਕੀਤੀ, ਰੱਬ ਜੀ ਤੂੰ ਸਦਾ ਸੋਹਣਾ ਹੈ, ਤੇਰੇ ਮਨ ਦੇ ਵਿੱਚ ਸਦਾ ਖਿੜਾ ਬਣਿਆ ਰਹਿੰਦਾ ਹੈ। ਹੁਣ ਅੱਗੇ ਉਹਦੀ ਕੁਦਰਤ ਦਾ ਜ਼ਿਕਰ ਕੀਤਾ ਇਸ ਪੌੜੀ ਦੇ ਵਿੱਚ। ਬਖਸ਼ਿਸ਼ ਕੀਤੀ, ਕਵਣ ਸੋ ਵੇਲਾ। ਕਵਣ ਦਾ ਅਰਥ ਕਿਹੜਾ, ਕਿਹੜਾ ਉਹ ਵੇਲਾ ਹੈ। ਵਕਤ ਕਵਣ, ਕਿਹੜਾ ਉਹ ਸਮਾਂ ਹੈ। ਕਵਣ ਥਿਤ ਕਵਣ ਵਾਰ, ਕਿਹੜੀ ਥਿਤੀ ਸੀ, ਕਿਹੜਾ ਵਾਰ ਸੀ, ਕਿਹੜਾ ਦਿਨ ਸੀ। ਕਵਣ ਸੇ ਰੁੱਤੀ, ਉਹ ਰੁੱਤ ਕਿਹੜੀ ਸੀ, ਉਹ ਮਹੀਨਾ ਕਿਹੜਾ ਸੀ। ਜਿਤ ਹੋਆ ਆਕਾਰ। ਇਹ ਸਵਾਲ ਕੀਤਾ ਮਹਾਰਾਜ ਨੇ, ਬਖਸ਼ਿਸ਼ ਕੀਤੀ, ਕੋਈ ਦੱਸ ਸਕਦਾ ਹੈ ਵੀ ਜਿਹੜੇ ਰੱਬ ਦੇ ਬਾਰੇ ਦਾਵਾ ਕਰਦੇ ਹੈ ਵੀ ਰੱਬ ਇਦਾਂ ਦਾ ਆ, ਤੇ ਮਹਾਰਾਜ ਕਹਿੰਦਾ ਦੱਸੋ ਜਦੋਂ ਰੱਬ ਨੇ ਸ੍ਰਿਸ਼ਟੀ ਬਣਾਈ ਤੇ ਕਿਹੜਾ ਦਿਨ ਸੀ, ਉਹ ਕਿਹੜਾ ਵਕਤ ਸੀ, ਕਿਹੜਾ ਮਹੀਨਾ ਸੀ, ਕਿਹੜਾ ਸਮਾਂ ਸੀ, ਕੋਈ ਦੱਸ ਸਕਦਾ। ਜਿਸ ਵੇਲੇ ਜਿਤ ਹੋਆ ਆਕਾਰ, ਜਦੋਂ ਇਹ ਸਾਰਾ ਆਕਾਰ ਬਣਿਆ।
ਅੱਗੇ ਮਹਾਰਾਜ ਨੇ ਜ਼ਿਕਰ ਕੀਤਾ, ਵੇਲ ਨਾ ਪਾਈਆ ਪੰਡਤੀ। ਜਿਹੜੇ ਪੰਡਤ ਨੇ ਉਹਨਾਂ ਨੂੰ ਵੀ ਇਸ ਚੀਜ਼ ਦਾ ਪਤਾ ਨਹੀਂ ਲੱਗਾ। ਜੇ ਲੱਗਿਆ ਹੁੰਦਾ ਤੇ ਕੀ ਹੁੰਦਾ, ਜੇ ਹੋਵੇ ਲੇਖ ਪੁਰਾਣ ਤੇ ਉਹਨਾਂ ਨੇ ਵੀ ਪੁਰਾਣਾਂ ਦੇ ਵਿੱਚ ਲਿਖ ਦੇਣਾ ਸੀ ਵੀ ਇਸ ਦਿਨ ਦੇ ਵਿੱਚ ਸ੍ਰਿਸ਼ਟੀ ਬਣੀ। ਵਕਤ ਨਾ ਪਾਇਓ ਕਾਦੀਆਂ। ਜਿਹੜੇ ਕਾਜ਼ੀ ਨੇ, ਕਾਜ਼ੀਆਂ ਨੂੰ ਵੀ ਇਸ ਸਮੇਂ ਦਾ ਪਤਾ ਨਹੀਂ ਲੱਗਿਆ। ਜੇ ਲਿਖਣ ਲੇਖ ਕੁਰਾਨ, ਉਹਨਾਂ ਨੇ ਵੀ ਇੱਕ ਕੁਰਾਨ ਦੀ ਆਇਤ ਲਿਖ ਦੇਣੀ ਸੀ ਵੀ ਰੱਬ ਉਦੋਂ ਬਣਿਆ। ਫਿਰ ਮਹਾਰਾਜ ਨੇ ਬਖਸ਼ਿਸ਼ ਕੀਤੀ, ਥਿਤ ਵਾਰ ਨਾ ਜੋਗੀ ਜਾਣੈ। ਨਾ ਥਿਤ ਦਾ ਪਤਾ, ਨਾ ਵਾਰ ਦਾ ਪਤਾ, ਜੋਗੀਆਂ ਨੂੰ ਵੀ ਨਹੀਂ ਪਤਾ। ਰੁੱਤ ਮਾਹ ਨਾ ਕੋਈ, ਨਾ ਰੁੱਤ ਦਾ ਪਤਾ, ਨਾ ਮਹੀਨੇ ਦਾ ਪਤਾ। ਮਹਾਰਾਜ ਕਹਿੰਦੇ ਪਤਾ ਕਿਹਨੂੰ ਹੈ? ਨਾ ਪੰਡਤਾਂ ਨੂੰ ਪਤਾ ਲੱਗਾ, ਨਾ ਕਾਜ਼ੀਆਂ ਨੂੰ ਪਤਾ ਲੱਗਾ। ਗੁਰੂ ਨਾਨਕ ਸਾਹਿਬ ਕਹਿੰਦੇ ਮੈਨੂੰ ਵੀ ਨਹੀਂ ਪਤਾ। ਗੱਲ ਇਹ ਨਹੀਂ ਉਹਨਾਂ ਨੂੰ ਪਤਾ ਨਹੀਂ ਤੇ ਮੈਨੂੰ ਪਤਾ ਹੈ। ਮਹਾਰਾਜ ਕਹਿੰਦੇ ਕਿਸੇ ਨੂੰ ਨਹੀਂ ਪਤਾ। ਇੱਕੋ ਹੀ ਤਾਕਤ ਹੈ ਜਿਹਨੂੰ ਪਤਾ ਹੈ। ਬਾਕੀ ਦੂਜਾ ਕੋਈ ਨਹੀਂ ਜਿਹਨੂੰ ਪਤਾ ਹੋਵੇ ਵੀ ਧਰਤੀ ਉਦੋਂ ਬਣੀ। ਲੋਕਾਂ ਨੇ ਆਪਣੇ ਵੱਲੋਂ ਕਹਾਣੀਆਂ ਮਨਕੜਤ ਦੀਆਂ ਬਣਾ ਦਿੱਤੀਆਂ। ਕੋਈ ਕਹਿੰਦਾ ਵੀ ਧਰਤੀ ਕਦੋਂ ਬਣੀ, ਕਹਿੰਦੇ ਦੇਵਤਿਆਂ ਦੀ ਤੇ ਦੈਂਤਾਂ ਦੀ ਲੜਾਈ ਹੋ ਗਈ, ਉਹ ਆਪਸ ਦੇ ਵਿੱਚ ਲੜ ਪਏ ਤੇ ਜਦੋਂ ਲੜੇ ਆਪਸ ਦੇ ਵਿੱਚ ਤੇ ਜਿਹੜਾ ਦੈਂਤਾਂ ਦਾ ਖੂਨ ਤੇ ਮਿੱਝ ਥੱਲੇ ਡਿੱਗਿਆ, ਉਹਦੇ ਉੱਤੇ ਸਮੁੰਦਰ ਦੇ ਉੱਤੇ ਪਰਤ ਬਣ ਗਈ ਤੇ ਧਰਤੀ ਬਣ ਗਈ। ਬੰਦਾ ਪੁੱਛੇ ਲੜਾਈ ਕਿੱਥੇ ਹੋਈ? ਅਸਮਾਨ ਦੇ ਵਿੱਚ। ਜੇ ਧਰਤੀ ਨਹੀਂ ਸੀ, ਲੜਾਈ ਕਿੱਥੇ ਹੋ ਗਈ? ਸੋ ਇਹ ਸਾਰੀਆਂ ਗੱਲਾਂ ਮਹਾਰਾਜ ਨੇ ਕੀਤੀ। ਸਿਰਫ ਇੱਕੋ ਹੀ ਬੰਦੇ, ਇੱਕੋ ਹੀ ਤਾਕਤ ਹੈ ਜਿਹਨੂੰ ਪਤਾ ਹੈ। ਉਹ ਕੌਣ? ਜਾ ਕਰਤਾ ਸਰਠੀ ਕੋ ਸਾਜੇ। ਜਿਸ ਰੱਬ ਨੇ ਇਹ ਤਾਕਤ ਬਣਾਈ ਹੈ ਉਹਨੂੰ ਹੀ ਪਤਾ, ਆਪੇ ਜਾਣੈ ਸੋਈ। ਮਹਾਰਾਜ ਕਹਿੰਦੇ ਉਹਨੂੰ ਹੀ ਪਤਾ ਹੈ, ਬਾਕੀ ਦੂਜਾ ਕੋਈ ਨਹੀਂ ਜਾਣਦਾ। ਕਿਉ ਕਰ ਆਖਾਂ ਕਿਵ ਸਾਲਾ। ਹੀ ਰੱਬ ਜੀ, ਮੈਂ ਕਿਵੇਂ ਦੱਸ ਸਕਾਂ, ਮੈਂ ਕਿਵੇਂ ਤੇਰੀ ਵਡਿਆਈ ਕਰਾਂ, ਮੈਂ ਕਿਵੇਂ ਇਹ ਸਾਰਾ ਕੁਝ ਬਿਆਨ ਕਰਾਂ। ਕਿਉਂ ਵਰਨੀ ਕਿਵ ਜਾਣਾ। ਕਿਵੇਂ ਮੈਂ ਇਹ ਸਾਰਾ ਕੁਝ ਵਰਣਨ ਕਰਾਂ। ਨਾਨਕ ਆਖਣ ਸਭ ਕੋ ਆਖੇ। ਹੇ ਨਾਨਕ, ਮੈਂ ਇੱਥੇ ਵੇਖ ਰਿਹਾ, ਗੁਰੂ ਨਾਨਕ ਸਾਹਿਬ ਕਹਿੰਦੇ ਕੁਦਰਤ ਦੇ ਵਿੱਚ ਹਰ ਕੋਈ ਆਪਣੇ ਆਪ ਨੂੰ ਵੱਡਾ ਕਹਿ ਕੇ ਇਹ ਕਹਿ ਰਿਹਾ ਵੀ ਮੈਨੂੰ ਵੀ ਪਤਾ, ਮੈਨੂੰ ਵੀ ਪਤਾ। ਹਰ ਇਨਸਾਨ ਆਪਣੇ ਆਪ ਨੂੰ ਸਿਆਣਾ ਦੱਸ ਰਿਹਾ ਰੱਬ ਦੀ ਕੁਦਰਤ ਦੇ ਬਾਰੇ ਬਿਆਨ ਕਰਦਿਆਂ ਹੋਇਆਂ। ਇੱਕ ਦੋ ਇੱਕ ਸਿਆਣਾ। ਹਰ ਕੋਈ ਕਹਿੰਦਾ ਮੈਂ ਜ਼ਿਆਦਾ ਸਿਆਣਾ, ਮੈਨੂੰ ਬਹੁਤਾ ਪਤਾ। ਮਹਾਰਾਜ ਕਹਿੰਦੇ ਨਾ ਭਾਈ, ਵੱਡਾ ਸਾਹਿਬ ਵੱਡੀ ਨਾਈ। ਉਹ ਸਾਹਿਬ ਵੱਡਾ ਹੈ, ਉਹਦੀ ਜਿਹੜੀ ਵਡਿਆਈ ਹੈ ਉਹ ਵੀ ਬਹੁਤ ਵੱਡੀ ਹੈ। ਕੀਤਾ ਜਾਕਾ ਹੋਵੇ ਜ਼ਿਆਦਾ, ਜਿਸ ਰੱਬ ਦਾ ਕੀਤਾ ਹੋਇਆ ਸਾਰੀ ਦੁਨੀਆ ਦੇ ਵਿੱਚ ਵਰਤ ਰਿਹਾ। ਨਾਨਕ ਜੇ ਕੋ ਆਪੋ ਜਾਣੈ। ਇਸ ਕੁਦਰਤ ਦੇ ਵਿੱਚ ਜੇ ਕੋਈ ਬੰਦਾ ਆਪਣੇ ਆਪ ਨੂੰ ਜ਼ਿਆਦਾ ਵੱਡਾ ਸਮਝਦਾ, ਜੇ ਕੋਈ ਬੰਦਾ ਇਹ ਸਮਝਦਾ ਵੀ ਮੈਨੂੰ ਸਾਰਾ ਪਤਾ, ਤੇ ਮਹਾਰਾਜ ਕਹਿੰਦੇ ਅੱਗੇ ਗਿਆ ਨਾ ਸੋ ਹੈ। ਉਹ ਪਰਮਾਤਮਾ ਦੇ ਦਰਬਾਰ ਦੇ ਵਿੱਚ ਜਾਇਆ ਸੋਭਦਾ ਨਹੀਂ, ਚੰਗਾ ਨਹੀਂ ਲੱਗਦਾ। ਅਗਲੀ ਪੌੜੀ ਦੇ ਨਾਲ ਜੁੜੀਏ ਜੀ। ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ। ਅੱਛਾ, ਇਹਦਾ ਵਿਸ਼ਰਾਮ ਤੁਸੀਂ ਏਦਾਂ ਵੀ ਲਾ ਸਕਦੇ ਹੋ, ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ। ਦੋਵੇਂ ਪਾਸੇ ਲੱਖ ਲੱਗ ਸਕਦਾ, ਕਿਉਂਕਿ ਲੱਖ ਹੈ ਦੇਲੀ ਦੀਪਕ। ਜਦੋਂ ਅਰਥ ਹੋਣਗੇ ਦੇਲੀ ਦੀਪਕ ਦੀ, ਆਪਾਂ ਪਹਿਲਾਂ ਵੀ ਗੱਲ ਕੀਤੀ, ਦੋਵੇਂ ਪਾਸਾਂ ਜੁੜੇਗਾ। ਲੱਖਾਂ ਹੀ ਪਾਤਾਲ ਨੇ ਤੇ ਲੱਖਾਂ ਹੀ ਆਕਾਸ਼ ਨੇ, ਇੱਕੋ ਦੋਵੇਂ ਪਾਸੇ ਜੁੜੇਗਾ। ਇਹਨੂੰ ਦੇਲੀ ਦੀਪਕ ਕਹਿੰਦੇ ਆ। ਓੜਕ ਓੜਕ ਭਾਲ ਥਕੇ, ਵੇਦ ਕਹਿਨ ਇੱਕ ਬਾਤ। ਹਾਂਜੀ, ਬਹੁਤ ਜਿਹੜੀ ਸੰਗਤ ਪਹਿਲਾਂ ਦਾ ਪਾਠ ਕਰ ਰਹੀ ਆ ਬਹੁਤ ਸਹੀ ਉਚਾਰਨ ਕੀਤਾ। ਓੜਕ ਓੜਕ ਨਹੀਂ, ਓੜਕ ਓੜਕ। ਸਹਿਸ 18 ਕਹਿਨ ਕਤੇਬਾ, ਅਸਲੂ ਇੱਕ ਧਾਤ। ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ਼। ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ। ਇਹਦਾ ਵਿਸ਼ਰਾਮ ਜੀ ਵੀ ਨਾਨਕ ਵੱਡਾ ਨਹੀਂ ਕਰਨਾ। ਨਾਨਕ ਇਹਦਾ ਅਰਥ ਹੋਗਾ ਨਾਨਕ ਨੂੰ ਵੱਡਾ ਕਹੋ, ਨਹੀਂ। ਹੇ ਨਾਨਕ ਵੱਡਾ ਆਖੀਏ, ਉਸ ਰੱਬ ਦੀ ਵਡਿਆਈ ਕਰੀਏ, ਉਸ ਰੱਬ ਦੀ ਉਸਤਤ ਕਰੀਏ। ਸਾਹਿਬ ਨੇ ਬਖਸ਼ਿਸ਼ ਕੀਤੀ। ਮਹਾਰਾਜ ਕਹਿੰਦੇ ਉਹਦੀ ਕੁਦਰਤ ਇਹ ਹੈ, ਲੱਖਾਂ ਹੀ ਪਾਤਾਲ ਨੇ ਤੇ ਲੱਖਾਂ ਹੀ ਆਕਾਸ਼ ਹੈ।
ਤੇ ਮਹਾਰਾਜ ਨੇ ਲੱਖ ਕਹਿ ਕੇ ਇਹ ਨਹੀਂ ਕਰ ਦਿੱਤਾ ਵੀ ਲੱਖ ਹੀ ਹੈ। ਇਹ ਕੁਦਰਤ ਦੀ ਬੜੀ ਵੱਡੀ ਬੇਅੰਤਤਾ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਇਹ ਨਹੀਂ ਕਿਹਾ ਵੀ ਲੱਖ ਤੋਂ ਉੱਪਰ ਨਹੀਂ ਹੋ ਸਕਦੇ, ਜੇ ਲੱਖ ਤੋਂ ਘੱਟ ਨਹੀਂ ਹੋ ਸਕਦੇ, ਕਿਉਂਕਿ ਆਪਾਂ ਕੱਲ ਦੇ ਦੀਵਾਨ ਦੇ ਅੰਦਰ ਇੱਕ ਲਫ਼ਜ਼ ਵਿਚਾਰਿਆ ਸੀ, ਅਸੰਖ। ਮਹਾਰਾਜ ਨੇ ਪਹਿਲਾਂ ਅਸੰਖ ਲਫ਼ਜ਼ ਵਰਤਿਆ ਤੇ ਅਸੰਖ ਤੋਂ ਬਾਅਦ ਮਹਾਰਾਜ ਨੇ ਕਿਹਾ ਵੀ ਇਹ ਗਿਣਤੀ ਮੁਕਰਰ, ਇਹ ਸਿਰਫ ਮੰਨਣ ਦੇ ਵਾਸਤੇ ਇੱਕ ਲਫ਼ਜ਼ ਮੈਂ ਵਰਤ ਰਿਹਾ। ਗੁਰੂ ਨਾਨਕ ਸਾਹਿਬ ਕਹਿੰਦੇ ਵੀ ਇਹ ਸਿਰਫ ਮੰਨਣ ਦੇ ਵਾਸਤੇ ਪਰਿਪੂਰਨ ਨਹੀਂ ਹੈ। ਇੱਥੇ ਵੀ ਉਹੀ ਗੱਲ ਮਹਾਰਾਜ ਨੇ ਕੀਤੀ ਹੈ ਵੀ ਕੱਲਾ ਲੱਖਾਂ ਹੀ ਨਹੀਂ, ਅੱਗੇ ਮਹਾਰਾਜ ਕਹਿੰਦੇ ਓੜਕ ਓੜਕ। ਜਦੋਂ ਸਮਾਂ ਆਏਗਾ ਅੰਤ ਨੂੰ, ਜਦੋਂ ਇਸ ਰੱਬ ਦਾ ਅੰਤ ਪਾਉਣ ਦੀ ਆਪਾਂ ਕੋਸ਼ਿਸ਼ ਕਰਾਂਗੇ ਨਾ, ਓੜਕ ਦਾ ਅਰਥ ਹੈ ਅਖੀਰ ਨੂੰ। ਆਪਾਂ ਇਹ ਹਾਲਾਂਕਿ ਪੰਜਾਬੀ ਦਾ ਲਫ਼ਜ਼ ਹੈ ਵੀ ਓੜਕ ਨੂੰ ਕੀ ਹੋਏਗਾ, ਅਖੀਰ ਨੂੰ ਕੀ ਹੋਏਗਾ। ਮਹਾਰਾਜ ਕਹਿੰਦੇ ਅਖੀਰ ਤੱਕ ਲੋਕ ਲੱਭਦੇ ਰਹਿਣਗੇ, ਅਖੀਰ ਤੱਕ ਲੋਕ ਇਹ ਵਿਚਾਰ ਕਰਦੇ ਰਹਿਣਗੇ। ਇਹਦੇ ਉੱਤੇ ਲੱਖਾਂ ਮੁਨੀ ਜਨ ਜਿਹੜੇ ਨੇ ਉਹ ਬੜਾ ਕੁਝ ਲਿਖ ਦੇਣਗੇ, ਪਰ ਇਹਦਾ ਅੰਤ ਨਹੀਂ ਪਾਇਆ ਜਾਏਗਾ। ਸਹਸ 18 ਕਹਿਨ ਕਤੇਬਾਂ, 18,000 ਜਿਹੜੇ ਪੁਰਾਣ ਸਿਮਰਤੀਆਂ ਦਾ ਕਤੇਬਾਂ ਦਾ ਜ਼ਿਕਰ ਕੀਤਾ, ਉਸ ਰੱਬ ਦੇ ਬਾਰੇ ਸਾਰੇ ਆਪਣੇ ਵੱਲੋਂ ਬਿਆਨ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਲਿਖਣ ਦੀ ਕੋਸ਼ਿਸ਼ ਕਰ ਰਿਹਾ ਰੱਬ ਕਿੱਡਾ ਵੱਡਾ ਹੈ। ਤੇ ਮਹਾਰਾਜ ਕਹਿੰਦੇ ਜੇ ਤੁਸੀਂ ਲਿਖ ਤੇ ਸਕਦੇ ਹੋ ਉਹਦਾ ਲੇਖਾ, ਪਰ ਮਹਾਰਾਜ ਕਹਿੰਦੇ ਇਸ ਲਿਖੇ ਹੋਏ ਲੇਖੇ ਦੇ ਨਾਲ ਵੀ ਅੰਤ ਨਹੀਂ ਪਾ ਸਕਦਾ, ਕਿਉਂਕਿ ਤੁਹਾਡਾ ਲੇਖਾ ਹੋਏ ਵਿਨਾਸ਼, ਇਹ ਲਿਖੇ ਹੋਏ ਦਾ ਵੀ ਵਿਨਾਸ਼ ਹੋ ਜਾਏਗਾ। ਇਹ ਹਿੰਸੇ ਵੀ ਮੁੱਕ ਜਾਣਗੇ, ਲੇਖੇ ਮੁੱਕ ਜਾਣਗੇ, ਪਰ ਉਹਦੀ ਜਿਹੜੀ ਕੁਦਰਤ ਦਾ ਅੰਤ ਹੈ ਉਹ ਕਾਹਦੇ ਉੱਤੇ ਲਿਖਾਂਗੇ ਉਹਦਾ ਲੇਖਾ, ਉਹਦੇ ਗੁਣ ਕਾਹਦੇ ਉੱਤੇ ਲਿਖ ਸਕਦੇ ਹਾਂ। ਸਾਡੇ ਕੋਲ ਕੋਈ ਤਾਕਤ ਹੀ ਨਹੀਂ। ਨਾਨਕ ਵੱਡਾ ਆਖੀਏ ਲਿਖਣਾ ਨਹੀਂ, ਹਾਂ ਉਹਨੂੰ ਸਿਰਫ ਵੱਡਾ ਕਹੀਏ ਵੀ ਉਹ ਵੱਡਾ ਹੈ। ਕਿੰਨਾ ਵੱਡਾ ਹੈ ਇਹ ਸਾਨੂੰ ਨਹੀਂ ਪਤਾ, ਤੇ ਕਿਹਨੂੰ ਪਤਾ? ਮਹਾਰਾਜ ਕਹਿੰਦੇ ਆਪੇ ਜਾਣ ਹੈ ਆਪ, ਸਾਨੂੰ ਨਹੀਂ ਪਤਾ, ਉਹਨੂੰ ਹੀ ਪਤਾ ਉਹ ਕਿੰਨਾ ਵੱਡਾ ਹੋਏਗਾ, ਅਸੀਂ ਇਹ ਨਹੀਂ ਬਿਆਨ ਕਰ ਸਕਦੇ। ਅੱਗੇ ਹੈ ਜੀ, ਸਾਲਾਹੀ ਸਾਲਾਹ ਏਤੀ ਸੁਰਤ ਨਾ ਪਾਈਆ, ਨਦੀਆਂ ਅਤੈ ਵਾਹ ਪਵੈ ਸਮੁੰਦ ਨਾ ਜਾਣੀਐ। ਦੁਬਾਰਾ ਪੰਕਤੀ ਦਾ ਪਾਠ ਕਰ ਲਈਏ ਜੀ, ਕਿਉਂਕਿ ਤੁਹਾਨੂੰ ਇਹ ਪੰਕਤੀ ਸੁਣ ਕੇ ਅਜੀਬ ਜਿਹਾ ਲੱਗੇ, ਅਸੀਂ ਤਾਂ ਕੁਝ ਹੋਰ ਹੀ ਪੜ੍ਹਦੇ ਰਹੇ। ਨਦੀਆਂ ਅਤੈ ਵਾਹ ਪਵੈ ਸਮੁੰਦ ਨਾ ਜਾਣੀਐ, ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਾਨਾ, ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵੀਸਰੈ। ਹੁਣ ਇੱਥੇ ਗੱਲ ਕੀਤੀ, ਜਿਹੜਾ ਸਲਾਉਣ ਯੋਗ ਅਕਾਲ ਪੁਰਖ ਹੈ ਨਾ, ਆਓ ਉਹਦੀ ਮਿਲ ਕੇ ਵਡਿਆਈ ਕਰੀਏ, ਉਹਦੀ ਉਸਤਤ ਕਰੀਏ। ਤੇ ਉਹਦੀ ਉਸਤਤ ਕਰਿਆ ਸੁਰਤ ਦੇ ਵਿੱਚ ਉਹਦੀ ਸਿਫਤ ਸਲਾਹ ਕਰਨ ਦੇ ਨਾਲ ਇੱਕ ਗੱਲ ਦੀ ਸਮਝ ਆ ਜਾਂਦੀ, ਰੱਬ ਵੱਡਾ ਹੈ, ਉਹ ਬੇਅੰਤ ਹੈ, ਤੇ ਉਹਦੀ ਅੰਤ ਨਹੀਂ ਪਾਇਆ ਜਾ ਸਕਦਾ, ਉਹਦੇ ਵਿੱਚ ਸਮਾਇਆ ਜਾ ਸਕਦਾ। ਕਿਵੇਂ ਸਮਾਇਆ ਜਾ ਸਕਦਾ? ਮਹਾਰਾਜ ਨੇ ਉਦਾਹਰਣ ਦਿੱਤੀ। ਹੁਣ ਇਹ ਪੰਕਤੀ ਦਾ ਆਪਾਂ ਪਾਠ ਕੀਤਾ, ਅਗਲੀ ਦਾ ਜਦੋਂ ਸਹੀ ਵਿਸਰਾਮ ਲੱਗੇਗਾ ਤੇ ਅਰਥ ਵੀ ਸਹੀ ਹੋਣਗੇ। ਜਿਸ ਤਰੀਕੇ ਨਾਲ ਆਮ ਤੌਰ ਤੇ ਅਸੀਂ ਪਾਠ ਕਰ ਜਾਂਦੇ ਆ, ਨਦੀਆਂ ਤੇ ਵਾਹ ਪਵੈ ਸਮੁੰਦ ਨਾ ਜਾਣੀ, ਨਹੀਂ, ਗੱਲ ਕੀਤੀ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਜਿਹੜੀਆਂ ਨਦੀਆਂ ਨੇ ਇਹ ਜਦੋਂ ਸਮੁੰਦਰ ਦੇ ਵਿੱਚ ਜਾ ਕੇ ਪੈਂਦੀਆਂ ਨੇ, ਪਹਿਲਾਂ ਜ਼ਿਕਰ ਕੀਤਾ ਸਤਿਗੁਰੂ ਕਹਿੰਦੇ ਨਦੀਆਂ ਅਤੇ ਵਾਹ, ਵਾਹ ਦਾ ਅਰਥ ਵਹਿਣ ਵਾਲੇ ਨਾਲੇ, ਇੱਕ ਵੱਡੀਆਂ ਨਦੀਆਂ ਹੋ ਗਈਆਂ, ਇੱਕ ਛੋਟੇ ਨਾਲੇ ਹੋ ਗਏ, ਉਹਨਾਂ ਦਾ ਜ਼ਿਕਰ ਕੀਤਾ। ਨਦੀਆਂ ਅਤੇ ਵਾਹ ਕੀ ਹੁੰਦਾ ਹੈ? ਪਵੈ ਸਮੁੰਦ, ਦੋ ਵਿਸ਼ਰਾਮ ਹੋ ਗਏ। ਨਦੀਆਂ ਤੇ ਨਾਲੇ ਜਾ ਕੇ ਸਮੁੰਦਰ ਦੇ ਵਿੱਚ ਪੈਂਦੇ ਨੇ। ਅਗਲਾ ਜ਼ਿਕਰ ਮਹਾਰਾਜ ਨੇ ਅਲੱਗ ਕੀਤਾ, ਨਾ ਜਾਣੀਏ, ਫਿਰ ਪਤਾ ਨਹੀਂ ਜਾ ਚੱਲਦਾ ਵੀ ਨਦੀ ਦਾ ਪਾਣੀ ਕਿਹੜਾ, ਨਾਲੇ ਦਾ ਪਾਣੀ ਕਿਹੜਾ, ਸਮੁੰਦਰ ਦਾ ਪਾਣੀ ਕਿਹੜਾ। ਮਹਾਰਾਜ ਕਹਿੰਦੇ ਜਿਹੜੇ ਸਿਫਤ ਸਲਾਹ ਕਰਨ ਲੱਗ ਪੈਂਦੇ ਨੇ ਨਾ, ਉਹਦਾ ਅੰਤ ਨਹੀਂ ਪਾਉਂਦੇ। ਜਦੋਂ ਰੱਬ ਦੇ ਨਾਲ ਜੁੜ ਜਾਂਦੇ ਨਾ, ਰੱਬ ਦੇ ਵਿੱਚ ਭੇਦ ਹੋ ਜਾਂਦੇ ਆ, ਰੱਬ ਦੇ ਵਿੱਚ ਸਮਾ ਜਾਂਦੇ ਆ। ਤੇ ਸਾਡਾ ਮਕਸਦ ਰੱਬ ਦਾ ਅੰਤ ਪਾਉਣਾ ਨਹੀਂ ਹੈ,
ਰੱਬ ਕਿੰਨਾ ਵੱਡਾ, ਅਸੀਂ ਇਸ ਚੀਜ਼ ਤੋਂ ਨਹੀਂ ਲੈਣਾ, ਅਸੀਂ ਤੇ ਉਹਦੇ ਵਿੱਚ ਸਮਾਉਣਾ ਹੈ, ਅਸੀਂ ਉਹਦੇ ਵਰਗੇ ਬਣਨਾ ਹੈ। ਮਹਾਰਾਜ ਕਹਿੰਦੇ ਸਮੁੰਦ ਸ਼ਾਹ ਸੁਲਤਾਨ, ਜਿਹੜਾ ਸਮੁੰਦਰ ਪਾਤਸ਼ਾਹ ਮਾਲਕ ਹੈ ਨਾ, ਉਹ ਕੀ ਹੈ? ਗ੍ਰਹਾ ਸੇਤੀ ਮਾਲ ਧਨ। ਗ੍ਰਹਾ ਦਾ ਅਰਥ ਹੈ ਪਹਾੜਾਂ ਜਿੱਡੇ। ਉਹ ਜਿਹੜਾ ਰੱਬ ਹੈ ਨਾ, ਉਹ ਜਿਹੜਾ ਸਮੁੰਦਰ ਹੈ ਰੱਬ, ਉਹ ਇੰਨਾ ਬੇਅੰਤ ਹੈ, ਉਹਦੇ ਕੋਲ ਪਹਾੜਾਂ ਜਿੱਡੇ ਧਨ ਮਾਲ ਨੇ। ਤੇ ਮਹਾਰਾਜ ਕਹਿੰਦੇ ਸਿਫਤ ਸਲਾਹ ਕਰਕੇ ਸਿਰਫ ਇਹੀ ਹੁੰਦਾ ਵੀ ਇਹੀ ਸਮਝ ਆਉਂਦੀ ਹੈ ਰੱਬ ਦਾ ਅੰਤ ਨਹੀਂ ਪਾਇਆ ਜਾ ਸਕਦਾ, ਹੋਰ ਕੁਝ ਨਹੀਂ ਮਿਲਦਾ। ਨਹੀਂ, ਮਹਾਰਾਜ ਕਹਿੰਦੇ ਉਹਨੂੰ ਬੜਾ ਕੁਝ ਮਿਲਦਾ। ਕੀ ਮਿਲ ਜਾਂਦਾ? ਜਿਹੜਾ ਸਿਫਤ ਸਲਾਹ ਕਰਦਾ ਹੈ, ਸਿਫਤ ਸਲਾਹ ਦੀ ਬਰਕਤ ਦੇ ਨਾਲ ਨਾ ਕਿਸੇ ਦੇ ਪਹਾੜਾ ਜਿੱਡੇ ਵੀ ਧਨ ਮਾਲ ਹੋਣ ਨਾ, ਸਿਫਤ ਸਲਾਹ ਕਰਨ ਵਾਲੇ ਨੂੰ ਕੀੜੀ ਦੇ ਬਰਾਬਰ ਜਾਪਦੇ। ਇੱਕ ਬੰਦਾ ਸਿਫਤ ਸਲਾਹ ਕਰਨ ਵਾਲਾ, ਸਿਫਤ ਸਲਾਹ ਕਰਨ ਦੇ ਨਾਲ ਕੀ ਮਿਲਿਆ? ਉਹਨੂੰ ਇਹ ਮਿਲ ਗਿਆ ਕਿਸੇ ਦੇ ਲੱਖਾਂ ਦੇ ਪਹਾੜਾਂ ਦੇ ਧਨ ਵੀ ਹੈ ਨਾ, ਮੇਰੇ ਬਰਾਬਰ ਤੇ ਕੀੜੀ ਹੈ, ਮੈਂ ਕੀ ਲੈਣਾ, ਮੇਰੇ ਵਾਸਤੇ ਕੁਝ ਨਹੀਂ ਹੈ। ਜੇ ਮੈਂ ਸਿਫਤ ਸਲਾਹ ਕਰ ਲਈ, ਕੀੜੀ ਤੁਲਨਾ ਹੋਵਨੀ, ਉਹਦੇ ਵਾਸਤੇ ਕੀੜੀ ਦੇ ਬਰਾਬਰ ਵੀ ਨਹੀਂ ਹੈ। ਬਸ ਇੱਕੋ ਹੀ ਅਰਦਾਸ ਹੈ, ਕਿਉਂ ਨਹੀਂ ਕੀੜੀ ਦੇ ਬਰਾਬਰ? ਜੇ ਤਿਸ ਮਨੋ ਨਾ ਵਿਸਰੈ। ਜੇ ਉਹਦੇ ਮਨ ਦੇ ਵਿੱਚੋਂ ਰੱਬ ਨਹੀਂ ਨਾ ਵਿਸਰ ਰਿਹਾ, ਤੇ ਲੋਕਾਂ ਦੇ ਭਾਵੇਂ ਧਨ ਮਾਲ ਦੇ ਪਹਾੜ ਜਿੰਨੇ ਢੇਰ ਲੱਗੇ ਆ, ਉਹਨੂੰ ਨਹੀਂ ਚਾਹੀਦਾ। ਜੇ ਉਹਦੇ ਮਨ ਦੇ ਵਿੱਚੋਂ ਰੱਬ ਵਿਸਰ ਗਿਆ ਤੇ ਬੰਦਾ ਰੁਪਈਏ ਤੇ ਵੀ ਡੋਲ ਜਾਂਦਾ। ਗੱਲ ਇਹ ਹੈ ਵੀ ਜੇ ਮਨ ਦੇ ਵਿੱਚ ਵਿਸਰਿਆ ਤੇ ਬੰਦਾ ਦ੍ਰਿੜ ਰਹੇਗਾ, ਜੇ ਮਨ ਦੇ ਵਿੱਚ ਰੱਬ ਵਸਿਆ ਹੋਇਆ ਤੇ ਬੰਦਾ ਦ੍ਰਿੜ ਰਹੇਗਾ, ਜੇ ਮਨ ਦੇ ਵਿੱਚੋਂ ਰੱਬ ਵਿਸਰ ਗਿਆ ਤੇ ਉਹ ਡੋਲ ਜਾਏਗਾ। ਤਾਂ ਮਹਾਰਾਜ ਕਹਿੰਦੇ ਵੀ ਇਹ ਨਹੀਂ, ਜੇ ਤਿਸ ਮਨੋ ਨਾ ਵਿਸਰੈ, ਜੇ ਉਹਦੇ ਮਨ ਦੇ ਵਿੱਚੋਂ ਰੱਬ ਨਹੀਂ ਵਿਸਰ ਰਿਹਾ ਤੇ ਕੀੜੀ ਤੁਲਨਾ ਹੋ ਬਣੀ, ਸਾਨੂੰ ਨਹੀਂ ਫਰਕ ਪੈਂਦਾ, ਜਿਹਦਾ ਜੇ ਮਰਜ਼ੀ ਹੈ। ਤੇ ਆਪਾਂ ਇਹ ਉਦਾਹਰਨਾਂ ਬੜੀ ਵਾਰ ਪਹਿਲਾਂ ਵੀ ਕੀਤੀਆਂ, ਕਈ ਵਾਰ ਵੱਡੇ ਵੱਡੇ ਸਾਧ ਵੀ ਡੋਲ ਜਾਂਦੇ ਜਦੋਂ ਰੱਬ ਭੁੱਲ ਜਾਏ, ਵੱਡੇ ਵੱਡੇ ਬੰਦਗੀ ਕਰਨ ਵਾਲੇ ਵੀ ਡੋਲ ਜਾਂਦੇ ਜਦੋਂ ਰੱਬ ਇੱਕ ਪਲ ਵਾਸਤੇ ਮੱਤ ਵੱਜੀ ਤੇ ਜਿੰਨਾ ਕੀਤਾ ਹੋਇਆ ਸੀ ਸਭ ਤੇ ਪਾਣੀ ਫਿਰ ਗਿਆ। ਮਹਾਰਾਜ ਕਹਿੰਦੇ ਬਸ ਰੱਬ ਮਨੋਂ ਨਹੀਂ ਵਿਸਰਨਾ ਚਾਹੀਦਾ। ਇੱਕ ਸਮਾਂ ਭਾਵੇਂ ਹੋ ਗਿਆ, ਪਰ ਚਲੋ ਇਹ ਪੌੜੀ ਹੋਰ ਆਪਾਂ ਇਹਦੇ ਕਰ ਲਈਏ ਵਿਚਾਰ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਪੈ ਕੀਆ ਮਨ ਮੰਤ, ਅੰਤ ਨਾ ਜਪੈ ਕੀਤਾ ਆਕਾਰ, ਅੰਤ ਨਾ ਜਪੈ ਕੀਤਾ ਆਕਾਰ, ਅੰਤ ਨਾ ਜਪੈ ਪਾਰਾਵਾਰ, ਅੰਤ ਕਾਰਣ ਕੀਤੇ ਬਿਲ ਲਾਹੇ, ਤਾਕੇ ਅੰਤ ਨਾ ਪਾਏ ਜਾਹੇ, ਏ ਅੰਤ ਨਾ ਜਾਣੈ ਕੋਇ, ਬਹੁਤਾ ਕਹੀਐ ਬਹੁਤਾ ਹੋਏ। ਬਹੁਤਾ ਨਹੀਂ ਹੈ ਜੀ, ਬਹੁਤਾ ਕਹੀਐ ਬਹੁਤਾ ਹੋਏ, ਵੱਡਾ ਸਾਹਿਬ ਊਚਾ ਥਾਉ, ਊਚੇ ਉਪਰ ਊਚਾ ਨਾਉ, ਏਵੜ ਊਚਾ ਹੋਵੈ ਕੋਇ, ਤਿਸ ਊਚੇ ਕੋ ਜਾਣੈ ਸੋਏ, ਜੇ ਵਡ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਇਹਦੇ ਵਿੱਚ ਗੱਲ ਕੀਤੀ ਅੰਤ ਪਾਉਣ ਦੀ। ਮਹਾਰਾਜ ਕਹਿੰਦੇ ਉਹਦੀਆਂ ਸਿਫਤਾਂ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ, ਕਹਿਣ ਦੇ ਨਾਲ ਉਹਦੇ ਗੁਣ ਜਿਹੜੇ ਗਿਣਤੀ ਦੇ ਵਿੱਚ ਨਹੀਂ ਆ ਸਕਦੇ, ਉਹਦੇ ਕੀਤੇ ਹੋਏ ਆਕਾਰ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਅੰਤ, ਦੇਣ ਦਾ ਅੰਤ, ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਵੇਖ ਕੇ ਉਹਦੀ ਕੁਦਰਤ ਦਾ ਅੰਤ ਨਹੀਂ ਪਾਇਆ ਜਾ ਸਕਦਾ, ਸੁਣ ਕੇ ਉਹਦੀ ਕੁਦਰਤ ਦਾ ਅੰਤ, ਵੇਖਣ ਤੇ ਸੁਣਨ ਦੋਵਾਂ ਦੇ ਨਾਲ ਅੰਤ ਨਹੀਂ ਪਾਇਆ ਜਾ ਸਕਦਾ। ਪਾਤਸ਼ਾਹ ਜੀ ਕਹਿੰਦੇ ਅੰਤ ਨਾ ਜਾਪੈ
ਕਿਆ ਮਨ ਮੰਤ, ਮਨ ਦੇ ਵਿੱਚ ਜਿੰਨੀ ਮਰਜ਼ੀ ਸਲਾਹ ਕਰਕੇ ਵੇਖ ਲਓ, ਉਹਦੇ ਨਾਲ ਵੀ ਅੰਤ ਨਹੀਂ ਪਾਇਆ ਜਾ ਸਕਦਾ। ਅੰਤ ਨਾ ਜਾਪੈ ਕੀਤਾ ਆਕਾਰ, ਉਹਦਾ ਕਿੱਡਾ ਵੱਡਾ ਆਕਾਰ ਹੈ, ਉਹਦਾ ਅੰਤ ਵੀ ਨਹੀਂ ਪਾਇਆ ਜਾ ਸਕਦਾ। ਇੱਕ ਨਾ ਛੋਟੀ ਜਿਹੀ ਮੈਂ ਉਦਾਹਰਣ ਸਾਂਝੀ ਕਰ ਦਵਾਂ, ਇੱਥੇ ਸਮਾਂ ਭਾਵੇਂ ਨਹੀਂ, ਜਦੋਂ ਇਹ ਪੰਕਤੀਆਂ ਸਾਹਮਣੇ ਆਉਂਦੇ ਬੜਾ ਕੁਝ ਨਿਕਲ ਕੇ ਆਉਂਦਾ ਵੀ ਇਹ ਵੀ ਗੱਲ ਕਰ ਲਈ, ਇਹ ਵੀ ਗੱਲ ਕਰ ਲਈ, ਪਰ ਸਾਡੇ ਕੋਲ ਉਹਨਾਂ ਸਮਾਂ ਨਹੀਂ ਹੁੰਦਾ। ਭਾਈ ਗੁਰਦਾਸ ਜੀ ਦਾ ਨਾ ਇੱਕ ਕਵਿਤ ਹੈ, ਉਹਨਾਂ ਨੇ ਬੜਾ ਕਮਾਲ ਦਾ ਜ਼ਿਕਰ ਕੀਤਾ ਉਹਦੇ ਵਿੱਚ। ਭਾਈ ਗੁਰਦਾਸ ਜੀ ਕਹਿੰਦੇ, ਪਿਰਥਮੈ ਤਿਲ ਬੋਏ ਧੂਲ ਮਿਲ ਬੂਟ ਬਾਂਧੈ, ਏਕ ਸੈ ਅਨੇਕ ਹੋਤ ਪ੍ਰਗਟ ਸੰਸਾਰ ਮੈਂ। ਕੋਉ ਲੈ ਚਬਾਏ ਕੋਉ ਖਾਲ ਕਾਢੈ, ਰੇ ਬਰੀਕੋ ਕੋਉ ਕਰੈ ਤਿਲ ਨਾ ਮਿਲਾਏ ਗੁਰ ਬਾਰ ਮੈਂ। ਉਹਨਾਂ ਨੇ ਤਿਲ ਦੀ ਗੱਲ ਕੀਤੀ। ਮੈਂ ਛੋਟੀ ਜਿਹੀ ਬੇਨਤੀ ਕਰਕੇ ਅੱਗੇ ਵਧਾਂ। ਉਹ ਕਹਿੰਦੇ ਇੱਕ ਤਿਲਾਂ ਦੀ ਮੁੱਠ ਲਈ ਕਿਸੇ ਨੇ, ਉਹ ਜ਼ਮੀਨ ਦੇ ਵਿੱਚ ਖਿਲਾਰ ਦਿੱਤੀ, ਜ਼ਮੀਨ ਦੇ ਵਿੱਚ ਖਿਲਾਰ ਕੇ ਉਹਦੇ ਵਿੱਚੋਂ ਪੌਦੇ ਨਿਕਲੇ ਤਿਲਾਂ ਦੇ, ਤੇ ਉਸ ਇੱਕ ਮੁੱਠ ਦੇ ਵਿੱਚੋਂ ਬਹੁਤ ਸਾਰੇ ਤਿਲ ਨਿਕਲ ਗਏ। ਹੁਣ ਉਸ ਤਿਲ ਜਦੋਂ ਬਾਜ਼ਾਰ ਦੇ ਵਿੱਚ ਗਏ, ਉਹਨੇ ਵੇਚ ਦਿੱਤੇ, ਕਿਸੇ ਨੇ ਉਹਦਾ ਤੇਲ ਕੱਢ ਲਿਆ, ਤੇਲ ਕੱਢ ਕੇ ਉਹਨੂੰ ਦੀਵੇ ਦੇ ਵਿੱਚ ਜਗਾ ਦਿੱਤਾ, ਕਿਸੇ ਨੇ ਉਸ ਤਿਲ ਨੂੰ ਗੁੜ ਦੇ ਵਿੱਚ ਮਿਠਾਈਆਂ ਦੇ ਵਿੱਚ ਮਿਲਾ ਦਿੱਤਾ। ਹੁਣ ਜਿਹਦੇ ਹੱਥ ਤਿਲ ਲੱਗਾ ਉਹਨੇ ਉਦਾਂ ਉਹਨੂੰ ਯੂਜ਼ ਕਰ ਲਿਆ। ਹੁਣ ਉਹਦੇ ਵਿੱਚ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਜਾ ਕੇ ਏਕ ਤਿਲ ਕੀ ਵਿਚਾਰ ਨਾ ਕਹਿਤ ਆਵੇ, ਅਬਕਤ ਕਤ ਆਵਤ ਵਿਚਾਰ ਮੈਂ। ਜਿਸ ਰੱਬ ਦੀ ਕੁਦਰਤ ਦੇ ਇੱਕ ਤਿਲ ਦੇ ਬਾਰੇ ਨਹੀਂ ਵਰਣਨ ਕੀਤਾ ਜਾ ਸਕਦਾ ਨਾ, ਵੀ ਤਿਲ ਦਾ ਕੀ ਕੀ ਬਣ ਜਾਂਦਾ, ਉਹਦੀ ਕੁਦਰਤ ਦਾ ਛੋਟਾ ਜਿਹਾ ਤਿਲ ਹੈ ਤੇ ਉਹਦੇ ਬਾਰੇ ਵਰਣਨ ਨਹੀਂ ਕਰ ਸਕਦੇ ਉਹਦਾ ਕੀ ਕੀ ਬਣ ਗਿਆ। ਉਹ ਤੇ ਰੱਬ ਤੇ ਕਿੱਡਾ ਵੱਡਾ ਹੈ, ਉਹਦੇ ਬਾਰੇ ਕੋਈ ਕੀ ਬਿਆਨ ਕਰ ਸਕਦਾ। ਮਹਾਰਾਜ ਕਹਿੰਦੇ, ਅੰਤ ਨਾ ਜਾਪੈ ਪਾਰਾਵਾਰ, ਉਹਦਾ ਪਾਰਲਾ ਬੰਨਾ, ਉਹਦਾ ਵੀ ਕੋਈ ਅੰਤ ਨਹੀਂ ਹੈ। ਅੰਤ ਕਾਰਨ ਕੇਤੇ ਵਿਲ ਲਾਏ, ਗੁਰੂ ਨਾਨਕ ਸਾਹਿਬ ਕਹਿੰਦੇ ਪਤਾ ਨਹੀਂ ਕਿੰਨੇ ਸਮੇਂ ਤੋਂ ਕਿੰਨੇ ਲੋਕ ਨੇ ਜਿਹੜੇ ਤੜਫ ਰਹੇ ਨੇ ਵੀ ਸਾਨੂੰ ਅੰਤ ਮਿਲ ਜਾਏ। ਪਰ ਮਹਾਰਾਜ ਕਹਿੰਦੇ, ਤਾਕਾ ਅੰਤ ਨਾ ਪਾਏ ਜਾਏ। ਮਹਾਰਾਜ ਕਹਿੰਦੇ ਉਸ ਰੱਬ ਦਾ ਅੰਤ ਨਹੀਂ ਮਿਲਿਆ। ਇਹ ਅੰਤ ਨਾ ਜਾਣੇ ਕੋਈ, ਇਹ ਅੰਤ ਕੋਈ ਨਹੀਂ ਜਾਣਦਾ। ਕਿਉਂ? ਬਹੁਤਾ ਕਹੀਏ ਬਹੁਤਾ ਹੋਏ। ਜਿੰਨਾ ਕਹਿਣ ਦੀ ਕੋਸ਼ਿਸ਼ ਕਰੋ ਉਨਾ ਹੀ ਵੱਡਾ ਹੋਈ ਜਾਂਦਾ, ਜਿੰਨਾ ਉਹਨੂੰ ਵਰਣਨ ਕਰਨ ਦੀ ਕੋਸ਼ਿਸ਼ ਕਰੋ ਰੱਬ, ਉਨਾ ਵੱਡਾ ਹੋਈ ਜਾਂਦਾ, ਉਨਾ ਬੇਅੰਤ ਹੋਈ ਜਾਂਦਾ। ਵੱਡਾ ਸਾਹਿਬ ਉੱਚਾ ਥਾਉ। ਮਹਾਰਾਜ ਕਹਿੰਦੇ ਰੱਬ ਵੱਡਾ ਹੈ, ਜਿਹੜਾ ਉਹਦਾ ਟਿਕਾਣਾ ਹੈ ਨਾ ਉਹਦੇ ਤੋਂ ਵੀ ਉੱਚਾ ਹੈ। ਉੱਚੇ ਉੱਪਰ ਉੱਚਾ ਨਾਉ, ਉਹ ਆਪ ਉੱਚਾ ਹੈ ਤੇ ਜਿਹੜੀ ਉਹਦੇ ਨਾਉ, ਉਹਦੀ ਜਿਹੜੀ ਵਡਿਆਈ ਹੈ ਨਾ, ਉਹ ਉਹਦੇ ਤੋਂ ਵੀ ਉੱਚੀ ਹੈ। ਹੁਣ ਰੱਬ ਉੱਚਾ ਕਿਵੇਂ ਹੈ? ਉਹ ਆਪਣੇ ਗੁਣਾਂ ਕਰਕੇ ਉੱਚਾ ਹੈ। ਉਹਦੇ ਜਿਹੜੇ ਗੁਣ ਨੇ, ਉਹਦੀ ਜਿਹੜੀ ਸੁੰਦਰਤਾ ਹੈ, ਉਹਦੇ ਗੁਣਾਂ ਨੂੰ ਲੈ ਕੇ ਹੈ। ਜਿਹੜੀ ਕੁਦਰਤ ਦੇ ਵਿੱਚੋਂ ਆਪਾਂ ਵੇਖ ਰਹੇ ਹਾਂ ਉਹਦੇ ਗੁਣ ਹੈ, ਉਹਦੇ ਗੰਭੀਰ ਗੁਣ ਨੇ ਜਿਨ੍ਹਾਂ ਦੇ ਕਰਕੇ ਉਹ ਦੁਨੀਆ ਦੇ ਨਾਲੋਂ ਵੱਖਰਾ ਹੈ। ਮਹਾਰਾਜ ਕਹਿੰਦੇ ਅੰਤ ਪਤਾ ਕਿਉਂ ਨਹੀਂ ਪਾਇਆ ਜਾ ਸਕਦਾ? ਇਸ ਕਰਕੇ ਨਹੀਂ ਪਾਇਆ ਜਾ ਸਕਦਾ, ਏਵੜ ਉੱਚਾ ਹੋਵੇ ਕੋਈ, ਵੀ ਉਹਦੇ ਵਰਗਾ ਕੋਈ ਹੋਏਗਾ ਤਾਂ ਦੱਸੇਗਾ ਨਾ ਵੀ ਉਹ ਕਿੱਦਾਂ ਦਾ ਆ। ਵੀ ਉਹਦਾ ਕੱਦ ਦੁਨੀਆ ਤੋਂ ਇੰਨਾ ਉੱਚਾ ਹੈ ਵੀ ਉਹਦੇ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਸਾਡੇ ਤੋਂ। ਜੇ ਕੋਈ ਉਹਦੇ ਬਰਾਬਰ ਦਾ ਹੈ, ਤੁਸੀਂ ਵੇਖੋ ਜੇ ਆਪਾਂ ਕਿਸੇ ਦੇ ਬਾਰੇ ਆਪਾਂ ਪੁੱਛਣਾ ਹੋਵੇ ਵੀ ਜਿਹੜੀ ਫੌਜ ਦੀ ਟ੍ਰੇਨਿੰਗ ਹੈ ਉਹ ਕਿੱਦਾਂ ਹੁੰਦੀ ਹੈ, ਹੁਣ ਕਿਸੇ ਆਮ ਬੰਦੇ ਨੂੰ ਪੁੱਛੋ, ਉਹਨੂੰ ਕੀ ਪਤਾ। ਤੇ ਆਪਾਂ ਪਤਾ ਕੀ ਕਹਿਣਗੇ, ਤਾਂ ਕਿਸੇ ਫੌਜੀ ਨੂੰ ਪੁੱਛਣਾ ਪੈਣਾ ਵੀ ਟ੍ਰੇਨਿੰਗ ਕਿੱਦਾਂ ਹੁੰਦੀ ਹੈ, ਉਹਨਾਂ ਦੀ ਜੋਬ ਕਿੱਦਾਂ ਦੀ ਹੈ, ਸਾਨੂੰ ਨਹੀਂ ਨਾ ਪਤਾ। ਏਵੜ ਉੱਚਾ ਹੋਵੇ ਕੋਈ, ਜੇ ਕੋਈ ਉਹਦੇ ਬਰਾਬਰ ਦਾ ਉੱਚਾ ਹੋਵੇ ਤੇ ਤਿਸ ਉੱਚੇ ਕੋ ਜਾਣੈ ਸੋਇ, ਉਹਨੂੰ ਪਤਾ ਹੋਏਗਾ ਰੱਬ ਕਿੱਦਾਂ ਦਾ। ਅਸੀਂ ਤੇ ਕੀੜੀ ਜਿੰਨੇ ਵੀ ਨਹੀਂ ਉਹਦੇ। ਮਹਾਰਾਜ ਕਹਿੰਦੇ ਫਿਰ ਕੀ, ਜੇਵੜ ਆਪ ਜਾਣੈ ਆਪ ਆਪ, ਉਹਦੇ ਵਰਗਾ ਤੇ ਦੂਜਾ ਕੋਈ ਹੈ ਹੀ ਨਹੀਂ। ਇੱਕ ਬਚਨ ਅਸੀਂ ਸਾਹਿਬ ਦੀ ਬਾਣੀ ਦੇ ਵਿੱਚੋਂ ਪੜ੍ਹਦੇ ਹਾਂ ਨਾ, ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਮਹਾਰਾਜ ਕਹਿੰਦੇ ਉਹਦੇ ਵਰਗਾ ਕੋਈ ਉੱਚਾ ਬਣਾ ਲਈਏ। ਫਿਰ ਗੁਰੂ ਨਾਨਕ ਸਾਹਿਬ ਨੇ ਇਹ ਬਿਲਕੁਲ ਮੋਹਰ ਲਾ ਕੇ ਗਏ, ਗੁਣ ਇਹੋ, ਉਹਦਾ ਇੱਕ ਗੁਣ ਹੈ ਜਿਹੜਾ ਦੁਨੀਆ ਦੇ ਵਿੱਚ ਕਿਸੇ ਵਿੱਚ ਨਹੀਂ ਹੈ। ਕੀ ਗੁਣ ਹੈ ਉਹਦਾ? ਹੋਰ ਨਾ ਹੀ ਹੋਏ। ਉਹਦਾ ਗੁਣ ਹੈ ਇਹ ਵੀ ਉਹਦੇ ਵਰਗਾ ਦੂਜਾ ਕੋਈ ਨਹੀਂ ਹੈ। ਤੇ ਮਹਾਰਾਜ ਨੇ ਮੋਹਰ ਲਿਖ ਕੇ ਦਿੱਤੀ, ਨਾ ਕੋ ਹੋਆ ਨਾ ਕੋ ਹੋਏ। ਗੱਲ ਹੀ ਖਤਮ, ਨਾ ਕਦੇ ਹੋਇਆ ਨਾ ਅੱਗੇ ਹੋਏਗਾ। ਇੱਥੇ ਉਹ ਬਖਸ਼ਿਸ਼ ਕੀਤੀ, ਜੇਵੜ ਆਪ ਜਾਣੈ ਆਪ ਆਪ, ਉਹ ਕਿੰਨਾ ਵੱਡਾ ਹੈ ਉਹ ਆਪ ਹੀ ਜਾਣ ਸਕਦਾ। ਨਾਨਕ
ਨਦਰੀ ਕਰਮੀ ਦਾਤ, ਹੈ ਨਾਨਕ ਜਿਹੜੀਆਂ ਦਾਤਾਂ ਸਾਨੂੰ ਪ੍ਰਾਪਤ ਹੁੰਦੀਆਂ ਨੇ ਨਾ, ਉਹਦੀ ਨਦਰ ਦੇ ਨਾਲ, ਉਹਦੀ ਬਖਸ਼ਿਸ਼ ਦੇ ਨਾਲ ਸਾਨੂੰ ਇਹ ਸਾਰੀਆਂ ਦਾਤਾਂ ਜਿਹੜੀਆਂ ਨੇ ਉਹ ਮਿਲਦੀਆਂ ਨੇ, ਪ੍ਰਾਪਤ ਹੁੰਦੀਆਂ ਨੇ। ਸਾਹਿਬ ਪਾਤਸ਼ਾਹ ਦੀ ਕਿਰਪਾ ਕਰਨ, ਬਖਸ਼ਿਸ਼ ਕਰਨ। 24 ਪੌੜੀਆਂ ਦੇ ਵਿਚਾਰ ਅੱਜ ਦੇ ਦੀਵਾਨਾਂ ਤੱਕ ਅਸੀਂ ਕੀਤੀ ਹੈ ਜੀ। ਰਹਿੰਦੀ ਵਿਚਾਰ ਕੱਲ ਦੇ ਦੀਵਾਨਾਂ ਦੇ ਅੰਦਰ ਕਰਨ ਦਾ ਯਤਨ ਕਰਾਂਗੇ। ਭੁੱਲਾਂ ਗਲਤੀਆਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ